ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਅੱਜ ਦੇ ਇਸ ਸਪੈਸ਼ਲ ਵੀਡੀਓ ਜੋ ਅਸੀਂ ਸੀਰੀਜ਼ ਜਿਹੜੀ ਸਟਾਰਟ ਕੀਤੀ ਹੈ SST ਦੀ ਸਪੈਸੀਫਿਕ ਅਸੀਂ ਜੋ 2500 ਕੁਐਸਚਨਸ ਦੀ ਸੀਰੀਜ਼ ਅਸੀਂ ਸਟਾਰਟ ਕੀਤੀ ਹੈ ਉਸ ਨੂੰ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਡੇਲੀ 50 ਕੁਐਸਚਨਸ ਜਿਹੜੇ ਉਹ ਹੋਇਆ ਕਰਨਗੇ। ਅਤੇ ਹੋ ਸਕਦਾ ਕਿ ਡੇਲੀ 2 ਵੀਡੀਓਜ਼ ਪਾਈਆਂ ਜਾਣ ਜਿਹਦੇ ਵਿੱਚ 100 ਕੁਐਸਚਨਸ ਕਵਰ ਹੋ ਜਾਣ, ਕਿਉਂਕਿ ਪੇਪਰ ਦਾ ਕੁਝ ਨਹੀਂ ਪਤਾ ਉਹ ਕਦੋਂ ਹੋ ਜੇ। ਔਰ 2500 ਕੁਐਸਚਨਸ ਜਿਹੜੇ ਅਸੀਂ ਬਣਾਈ ਬੈਠੇ ਹਾਂ ਜੋ ਸਾਡੇ ਕੋਲ ਅਵੇਲੇਬਲ ਨੇ, ਅਸੀਂ ਉਹਨਾਂ ਨੂੰ ਸਾਰੇ ਤੁਹਾਡੇ ਨਾਲ ਜਿਹੜਾ ਉਹ ਡਿਸਕਸ ਕਰੀਏ ਤਾਂ ਕਿ ਤੁਹਾਡਾ ਪੇਪਰ ਹੋਰ ਵਧੀਆ ਹੋ ਸਕੇ। ਸੋ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ। ਸੋ ਅਸੀਂ ਕੁਐਸਚਨਾਂ 'ਤੇ ਨਜ਼ਰ ਮਾਰਦੇ ਹਾਂ। ਸਭ ਤੋਂ ਫਸਟ ਕੁਐਸਚਨ ਜੋ ਸਾਡੇ ਸਾਹਮਣੇ ਹੈ ਉਹ ਹੈ ਜੀ ਕਿ ਡੈਮੋਕ੍ਰੇਸੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ। ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ ਅੱਜ ਦਾ ਆਪਣਾ ਜੋ ਟੌਪਿਕ ਹੈ ਉਹ ਮਤਲਬ ਜੋ ਕੁਐਸਚਨਸ ਨੇ ਉਹ ਜ਼ਿਆਦਾਤਰ ਜਿਹੜੇ ਨੇ ਉਹ ਡੈਮੋਕ੍ਰੇਸੀ ਦੀ ਮੀਨਿੰਗ ਅਤੇ ਉਸਦੀ ਡੈਫੀਨੇਸ਼ਨ ਬੇਸਡ ਕਹਿ ਲਓ, ਬਸ ਇਸੇ ਬੇਸ 'ਤੇ ਜਿਹੜੇ ਕੁਐਸਚਨਸ ਹੋਣਗੇ, ਜਾਂ ਇਹ ਕਹਿ ਲਓ ਕਿ ਡੈਮੋਕ੍ਰੇਸੀ ਦੇ ਆਲੇ ਦੁਆਲੇ ਜਿਹੜੇ ਉਹ ਘੁੰਮਣਗੇ। ਠੀਕ ਹੈ ਜੀ। ਸੋ ਫਸਟ ਕੁਐਸਚਨ ਜੋ ਹੈ ਸਾਡਾ ਕਿ ਡੈਮੋਕ੍ਰੇਸੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ। ਯੂਨਾਨੀ ਭਾਸ਼ਾ, ਫਰਾਂਸੀਸੀ ਭਾਸ਼ਾ, ਅਰਬੀ ਭਾਸ਼ਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਜੋ ਇਹ ਡੈਮੋਕ੍ਰੇਸੀ ਸ਼ਬਦ ਹੈ ਉਹ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ, ਮਤਲਬ ਫਸਟ ਦਾ ਜੋ ਆਨਸਰ ਹੈ ਉਹ ਇਹ ਹੋ ਗਿਆ ਜੀ। ਸੈਕਿੰਡ ਕੁਐਸਚਨ ਹੈ ਕਿ ਜਦੋਂ ਸ਼ਾਸਨ ਦੀਆਂ ਸ਼ਕਤੀਆਂ ਇੱਕ ਵਿਅਕਤੀ ਦੇ ਹੱਥਾਂ ਵਿੱਚ ਕੇਂਦਰਿਤ ਹੋਣ ਤਾਂ ਉਸ ਸ਼ਾਸਨ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਹੈ। ਲੋਕਤੰਤਰ ਕਿਹਾ ਜਾਂਦਾ ਹੈ, ਤਾਨਾਸ਼ਾਹੀ ਕਿਹਾ ਜਾਂਦਾ ਹੈ, ਜਾਂ ਲੋਕਤੰਤਰ ਅਤੇ ਤਾਨਾਸ਼ਾਹੀ ਦੋਵੇਂ ਕਿਹਾ ਜਾਂਦਾ ਹੈ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਜੋ ਇਸ ਦਾ ਉੱਤਰ ਹੈ, ਜਦੋਂ ਇੱਕ ਵਿਅਕਤੀ ਦੇ ਹੱਥਾਂ 'ਚ ਕੇਂਦਰਿਤ ਹੋਵੇ ਸਾਡਾ ਸਾਰਾ ਸ਼ਕਤੀਆਂ ਜਿਹੜੀਆਂ ਨੇ, ਉਸ ਸ਼ਾਸਨ ਪ੍ਰਣਾਲੀ ਨੂੰ ਤਾਨਾਸ਼ਾਹੀ ਰਾਜ ਕਿਹਾ ਜਾਂਦਾ ਹੈ। ਸੋ ਇਹਦਾ ਹੋਗਾ ਜੀ ਤਾਨਾਸ਼ਾਹੀ ਰਾਜ। ਉਸ ਤੋਂ ਬਾਅਦ ਉਸ ਦੇਸ਼ ਦਾ ਨਾਂ ਲਿਖੋ ਜਿੱਥੇ ਲੋਕਤੰਤਰ ਨਹੀਂ ਹੈ। ਜਿੱਥੇ ਲੋਕਤੰਤਰ ਨਹੀਂ ਹੈ ਉਸ ਦੇਸ਼ ਦਾ ਨਾਮ ਲਿਖਣਾ ਹੈ ਅਸੀਂ। ਸੋ ਆਪਸ਼ਨਸ ਨੇ ਚੀਨ, ਉੱਤਰ ਕੋਰੀਆ, ਜਾਂ A ਅਤੇ B ਦੋਵੇਂ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਹਦਾ ਜੋ ਉੱਤਰ ਹੈ ਉਹ C ਹੈ ਜੀ, ਕਿ ਚੀਨ ਅਤੇ ਉੱਤਰ ਕੋਰੀਆ ਦੋਨਾਂ ਦੇ ਵਿੱਚ ਲੋਕਤੰਤਰ ਨਹੀਂ ਹੈਗਾ। ਚੀਨ ਵਿੱਚ ਹਮੇਸ਼ਾ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ। ਕਾਂਗਰਸ ਦੀ, ਸਾਮਵਾਦੀ ਪਾਰਟੀ, A ਅਤੇ B, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਚੌਥੇ ਦਾ ਜੋ ਸਾਡਾ ਆਨਸਰ ਹੈ ਉਹ ਜੀ ਸਾਮਵਾਦੀ ਪਾਰਟੀ। ਉੱਥੇ ਚੀਨ ਦੇ ਵਿੱਚ ਹਮੇਸ਼ਾ ਹੀ ਸਾਮਵਾਦੀ ਪਾਰਟੀ ਜਿਹੜੀ ਆਪਦੀ ਪਾਰਟੀ ਬਣਾਉਂਦੀ ਹੈ। ਸੋ ਆਪਸ਼ਨ ਨੰਬਰ B। ਨੈਕਸਟ ਕੁਐਸਚਨ ਹੈ ਜੀ ਕਿ ਵਰਤਮਾਨ ਯੁੱਗ ਵਿੱਚ ਲੋਕਤੰਤਰ ਦਾ ਕਿਹੜਾ ਰੂਪ ਪ੍ਰਚਲਿਤ ਹੈ। ਪ੍ਰਤੱਖ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ, ਜਾਂ A ਅਤੇ B ਦੋਵੇਂ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਹਦਾ ਜੋ ਸਾਡੇ ਕੋਲ ਉੱਤਰ ਹੈ ਜੀ ਉਹ ਹੈ ਜੀ ਅਪ੍ਰਤੱਖ ਲੋਕਤੰਤਰ। ਜ਼ਿਆਦਾਤਰ ਜਿਹੜਾ ਸਾਡੇ ਸਾਹਮਣੇ ਜਿਹੜਾ ਅੱਜ ਦੇ ਟਾਈਮ 'ਚ ਪ੍ਰਚਲਿਤ ਹੈ ਉਹ ਹੈ ਜੀ ਅਪ੍ਰਤੱਖ ਲੋਕਤੰਤਰ। ਨੈਕਸਟ ਆਪਣਾ ਸਿਕਸਥ ਕੁਐਸਚਨ ਹੈ ਜੀ ਕਿ ਲੋਕਤੰਤਰ ਦੀ ਸਫਲਤਾ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਜ਼ਰੂਰੀ ਹੈ। ਪੜ੍ਹੇ ਲਿਖੇ ਲੋਕ, ਸੁਚੇਤ ਨਾਗਰਿਕ, ਬਾਲਗ ਮਤਾਧਿਕਾਰ, ਜਾਂ ਉਕਤ ਸਾਰੀਆਂ। ਠੀਕ ਹੈ ਜੀ। ਦੁਬਾਰਾ ਆਪਾਂ ਪੜ੍ਹਦੇ ਹਾਂ ਕਿ ਪੜ੍ਹੇ ਲਿਖੇ ਲੋਕ ਹੋਣੇ ਚਾਹੀਦੇ ਨੇ, ਸੁਚੇਤ ਨਾਗਰਿਕ ਹੋਣੇ ਚਾਹੀਦੇ ਨੇ, ਬਾਲਗ ਨੂੰ ਮਤ ਦਾ ਅਧਿਕਾਰ ਹੋਣਾ ਚਾਹੀਦਾ, ਜਾਂ ਉਪਰੋਕਤ ਜਿੰਨੀਆਂ ਵੀ ਸਾਰੀਆਂ ਨੇ। ਸੋ ਇਹਦਾ ਜੋ ਆਪਸ਼ਨਸ ਨੇ ਉਹ ਸਾਰੇ ਹੀ ਠੀਕ ਨੇ ਕਿ ਇੱਕ ਡੈਮੋਕ੍ਰੇਸੀ ਲੋਕਤੰਤਰ ਦੀ ਸਫਲਤਾ ਮੰਨੀ ਜਾਂਦੀ ਜੇਕਰ ਸਾਰੇ ਲੋਕ ਪੜ੍ਹ ਲਿਖ ਜਾਣ, ਸੁਚੇਤ ਹੋਣ ਅਤੇ ਬਾਲਗਾਂ ਨੂੰ ਮਤ ਦਾ ਅਧਿਕਾਰ ਵੀ ਹੋਵੇ। ਬਾਲਗ ਯਾਨੀ ਕਿ ਜੋ 18 ਸਾਲ ਦੇ ਹੋ ਜਾਂਦੇ ਨੇ, ਨਾਬਾਲਗ ਨਹੀਂ ਰਹਿ ਜਾਂਦੇ, ਬਾਲਗ ਹੋ ਗਏ, ਉਹਨਾਂ ਨੂੰ ਮਤ ਦਾ ਅਧਿਕਾਰ ਹੋਣਾ ਚਾਹੀਦਾ। ਸੋ ਜੀ ਲੋਕਤੰਤਰ ਡੈਮੋਕ੍ਰੇਸੀ ਦਾ ਸ਼ਾਬਦਿਕ ਅਰਥ ਕੀ ਹੈ। ਇੱਕ ਵਿਅਕਤੀ ਦਾ ਸ਼ਾਸਨ, ਨੌਕਰਸ਼ਾਹਾਂ ਦਾ ਸ਼ਾਸਨ, ਜਾਂ ਸੈਨਿਕ ਤਾਨਾਸ਼ਾਹੀ, ਜਾਂ ਲੋਕਾਂ ਦਾ ਸ਼ਾਸਨ। ਸੋ ਇਸ ਦਾ ਜੋ ਉੱਤਰ ਹੋਏਗਾ ਕਿ ਲੋਕਾਂ ਦਾ ਸ਼ਾਸਨ, ਕਿ ਲੋਕਾਂ ਦਾ ਸ਼ਾਸਨ ਹੁੰਦਾ ਹੈ ਲੋਕਤੰਤਰ ਦੇ ਵਿੱਚ। ਠੀਕ ਹੈ ਜੀ। ਕਿਸੇ ਵਿਅਕਤੀ ਦਾ ਨਹੀਂ, ਕਿਸੇ ਨੌਕਰਸ਼ਾਹ ਦਾ ਨਹੀਂ, ਕਿਸੇ ਸੈਨਿਕ ਦਾ ਨਹੀਂ, ਲੋਕਾਂ ਦਾ ਸ਼ਾਸਨ ਜੋ ਹੁੰਦਾ ਹੈ। ਸੋ ਆਪਸ਼ਨ D ਸਾਡਾ ਆਨਸਰ ਹੋਊਗੀ ਜੀ। ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਤਾਨਾਸ਼ਾਹੀ ਪਾਈ ਜਾਂਦੀ ਹੈ। ਉੱਤਰ ਕੋਰੀਆ ਵਿੱਚ, ਭਾਰਤ ਵਿੱਚ, ਰੂਸ 'ਚ, ਜਾਂ ਨੇਪਾਲ ਦੇ ਵਿੱਚ। ਸੋ ਇਟਸ ਦਾ ਸਿੰਪਲ ਆਨਸਰ ਜਿਹੜਾ ਹੈ ਉਹ ਹੋ ਗਿਆ ਉੱਤਰ ਕੋਰੀਆ, ਕਿਉਂਕਿ ਉੱਥੇ ਲੋਕਤੰਤਰ ਨਹੀਂ ਹੈ, ਉੱਥੇ ਤਾਨਾਸ਼ਾਹ ਰਾਜ ਹੈ। ਠੀਕ ਹੈ ਜੀ, ਉੱਥੇ ਤਾਨਾਸ਼ਾਹ ਰਾਜ ਹੈ। ਸੋ ਲੋਕਤੰਤਰ ਵਿੱਚ ਨਿਰਣੇ ਲਏ ਜਾਂਦੇ ਹਨ ਸਰਬਸੰਮਤੀ ਦੇ ਨਾਲ, 2/3 ਬਹੁਮਤ ਦੇ ਨਾਲ, ਗੁਣਾਂ ਦੇ ਆਧਾਰ ਉੱਤੇ, ਜਾਂ ਬਹੁਮਤ ਦੇ ਨਾਲ। ਸੋ ਇਹਦਾ ਜੋ ਉੱਤਰ ਹੈ ਜੀ ਉਹ ਹੈ ਜੀ ਬਹੁਮਤ ਦੇ ਨਾਲ ਨਿਰਣੇ ਲਏ ਜਾਂਦੇ ਨੇ। ਸਾਡੀ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ ਬਹੁਮਤ ਕਰਵਾਏ ਜਾਂਦੇ ਨੇ। ਹਰੇਕ ਕੋਈ ਓਰਡੀਨੈਂਸ ਪਾਸ ਹੋਣਾ ਹੈ ਜਿਸ ਨੂੰ ਵੱਧ ਵੋਟਾਂ ਪੈ ਜਾਂਦੀਆਂ ਨੇ, ਸੋ ਉਹ ਓਰਡੀਨੈਂਸ ਜਿਹੜਾ ਪਾਸ ਹੋ ਜਾਂਦਾ। ਸੋ ਬਹੁਮਤ ਹੁੰਦਾ ਜੀ। ਉਸ ਤੋਂ ਬਾਅਦ ਜੀ ਇਹ ਕਿਸ ਨੇ ਕਿਹਾ ਹੈ ਕਿ ਲੋਕਤੰਤਰ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਗ ਲੈਂਦਾ ਹੈ। ਬਰਾਈਸ ਨੇ, ਡਾਕਟਰ ਗੌਰਵਰ ਨੇ, ਪ੍ਰੋਫੈਸਰ ਸਿਲੇ ਨੇ, ਜਾਂ ਪ੍ਰੋਫੈਸਰ ਲੌਸਕੀ ਨੇ। ਸੋ ਇਹਦਾ ਜੋ ਸਾਡੇ ਕੋਲ ਉੱਤਰ ਹੈ ਜੋ ਹੈ ਪ੍ਰੋਫੈਸਰ ਸਿਲੇ। ਪ੍ਰੋਫੈਸਰ ਸਿਲੇ ਨੇ ਕਿਹਾ ਸੀ ਕਿ ਲੋਕਤੰਤਰ ਇੱਕ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਆਪਦਾ ਭਾਗ ਲੈਂਦਾ ਹੈ। ਉਸ ਤੋਂ ਬਾਅਦ ਜੀ ਕਿ ਇਹ ਕਿਸ ਨੇ ਕਿਹਾ ਹੈ ਕਿ ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵੱਲੋਂ ਸਰਕਾਰ ਹੈ। ਲਿੰਕਨ ਨੇ, ਵਾਸ਼ਿੰਗਟਨ ਨੇ, ਜੈਫਰਸਨ ਨੇ, ਜਾਂ ਡਾਈਸੀ ਨੇ। ਸੋ ਇਹ ਜੋ ਹੈ ਜੀ ਉਹ ਲਿੰਕਨ ਨੇ ਕਿਹਾ ਸੀਗਾ ਕਿ ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਦੇ ਵੱਲੋਂ ਸਰਕਾਰ ਹੁੰਦੀ ਹੈ। ਨੈਕਸਟ ਕੁਐਸਚਨ ਹੈ ਜੀ ਸਾਡੇ ਲਈ, ਇਸ ਦਾ ਜੋ ਉੱਤਰ ਹੋ ਗਿਆ ਜੀ A ਹੋ ਗਿਆ।
ਉਸ ਤੋਂ ਬਾਅਦ ਹੈ ਜੀ ਕਿ ਜਿਸ ਸ਼ਾਸਨ ਪ੍ਰਣਾਲੀ ਵਿੱਚ ਸ਼ਾਸਕਾਂ ਦਾ ਚੁਣਾਵ ਜਨਤਾ ਵੱਲੋਂ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹੈ? ਤਾਨਾਸ਼ਾਹੀ, ਰਾਜਤੰਤਰ, ਲੋਕਤੰਤਰ ਜਾਂ ਕੁਲੀਨ ਤੰਤਰ। ਸੋ ਇਹਦਾ ਜੋ ਆਨਸਰ ਹੈ ਜੀ ਉਹ ਹੋਗਾ ਜੀ ਸੀ, ਕਿ ਜਿਹਦੇ ਵਿੱਚ ਸ਼ਾਸਕਾਂ ਤੋਂ ਚੁਣਾਵ ਜਨਤਾ ਕਰਦੀ ਹੈ ਵੀ ਇਹ ਸਾਡਾ ਸ਼ਾਸਕ ਹੋਏਗਾ, ਸੋ ਲੋਕਤੰਤਰ ਹੁੰਦਾ ਜੀ। ਇਹਨਾਂ ਵਿੱਚੋਂ ਕਿਹੜੀ ਲੋਕਤੰਤਰ ਦੀ ਵਿਸ਼ੇਸ਼ਤਾ ਨਹੀਂ ਹੈ? ਕਿ ਲੋਕਤੰਤਰ ਜਨਤਾ ਦਾ ਰਾਜ ਹੈ, ਸੰਸਦ ਸੈਨਾ ਦੇ ਅਧੀਨ ਹੁੰਦੀ ਹੈ, ਲੋਕਤੰਤਰ ਵਿੱਚ ਸ਼ਾਸਕ ਜਨਤਾ ਵੱਲੋਂ ਚੁਣੇ ਜਾਂਦੇ ਨੇ, ਲੋਕਤੰਤਰ ਵਿੱਚ ਚੁਣਾਵ ਸੁਤੰਤਰ ਅਤੇ ਨਿਰਪੱਖ ਹੁੰਦੇ ਨੇ। ਸੋ ਇਹਦਾ ਜੋ ਉੱਤਰ ਹੈ ਸਾਡੇ ਕੋਲ ਉਹ ਬੀ ਜਿਹੜਾ ਹੈ ਉਹ ਗਲਤ ਹੋਏਗਾ, ਕਿਉਂਕਿ ਲੋਕਤੰਤਰ ਜਨਤਾ ਦਾ ਰਾਜ ਹੈ, ਇਹ ਟਰੂ ਹੈ ਜੀ। ਲੋਕਤੰਤਰ ਵਿੱਚ ਸ਼ਾਸਕ ਜਿਹੜਾ ਜਨਤਾ ਵੱਲੋਂ ਚੁਣਿਆ ਜਾਂਦਾ ਇਹ ਵੀ ਟਰੂ ਹੈ ਜੀ, ਅਤੇ ਲੋਕਤੰਤਰ ਵਿੱਚ ਚੁਣਾਵ ਸੁਤੰਤਰ ਅਤੇ ਨਿਰਪੱਖ ਹੁੰਦੇ ਨੇ, ਇਹ ਵੀ ਟਰੂ ਹੈ ਜੀ। ਸੋ ਇਹ ਬੇਸਿਕ ਸਾਰੇ ਟਰੂ ਨੇ, ਇੱਕ ਹੀ ਆਪਸ਼ਨ ਜਿਹੜੀ ਉਹ ਫੋਲਸ ਹੈ। ਕਿਹੜੇ ਦੇਸ਼ ਵਿੱਚ ਲੋਕਤੰਤਰ ਹੈ? ਉੱਤਰ ਕੋਰੀਆ 'ਚ, ਚੀਨ ਵਿੱਚ, ਸਾਊਥੀ ਅਰਬ 'ਚ ਜਾਂ ਸਵਿਟਜ਼ਰਲੈਂਡ ਦੇ ਵਿੱਚ। ਸੋ ਜੋ 14th ਦਾ ਆਨਸਰ ਹੈ ਉਹ ਹੈ ਜੀ ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਜਿੱਥੇ ਲੋਕਤੰਤਰ ਹੈ, ਉੱਤਰ ਕੋਰੀਆ, ਚੀਨ ਅਤੇ ਸਾਊਥੀ ਅਰਬ ਤਿੰਨਾਂ ਵਿੱਚ ਜਿਹੜਾ ਹੈ ਲੋਕਤੰਤਰ ਨਹੀਂ ਹੈ। ਸੋ ਇਹਨੂੰ ਤੁਸੀਂ ਯਾਦ ਕਰਦੇ ਜਾਣਾ ਕਿ ਉੱਤਰ ਕੋਰੀਆ, ਚੀਨ ਦੇ ਵਿੱਚ ਤਾਂ 2 ਵਾਰੀ ਕੁਐਸਚਨ ਆ ਗਿਆ, ਔਰ ਸਾਊਥੀ ਅਰਬ ਦਾ ਹੁਣ ਪਤਾ ਲੱਗ ਗਿਆ ਕਿ ਉਹਦੇ ਵਿੱਚ ਲੋਕਤੰਤਰ ਨਹੀਂ ਹੈ। ਨੈਕਸਟ ਕੁਐਸਚਨ ਹੈ ਜੀ ਕਿ ਲੋਕਤੰਤਰ ਵਿੱਚ ਕਿਸ ਤੱਤ ਦਾ ਹੋਣਾ ਜ਼ਰੂਰੀ ਹੈ? ਇੱਕ ਦਲ ਵਿਵਸਥਾ, ਸੁਤੰਤਰ ਅਤੇ ਨਿਰਪੱਖ ਚੋਣਾਂ, ਅਨਿਯਮਿਤ ਚੁਣਾਵ, ਪ੍ਰੈਸ ਅਤੇ ਸਰਕਾਰੀ ਨਿਯੰਤਰਣ। ਕਿਸ ਤੱਤ ਦਾ ਹੋਣਾ ਜਿਹੜਾ ਜ਼ਰੂਰੀ ਹੈ? ਸੋ ਇੱਥੇ ਜੋ ਹੋ ਜਾਂਦਾ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣੀਆਂ ਜ਼ਰੂਰੀ ਹੈ, ਕਿਉਂਕਿ ਅਗਰ ਇਹ ਹੋਈਆਂ ਹੋਣਗੀਆਂ ਸੋ ਇੱਕ ਦਲ ਵਿਵਸਥਾ ਵੀ ਸਹੀ ਹੋ ਜਾਏਗੀ, ਅਨਿਯਮਿਤ ਚੁਣਾਵ ਜਿਹੜੀ ਹੈ ਜ਼ਰੂਰੀ ਨਹੀਂ ਹੈ, ਅਤੇ ਪ੍ਰੈਸ ਅਤੇ ਸਰਕਾਰੀ ਨਿਯੰਤਰਣ ਇਹ ਵੀ ਇੰਨਾ ਨਹੀਂ ਹੈ, ਪਰ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਇੱਕ ਲੋਕਤੰਤਰ ਦੇ ਵਿੱਚ। ਜੇਕਰ ਚੋਣਾਂ 'ਚ ਗੜਬੜ ਹੁੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਸਾਰਾ ਸਿਸਟਮ ਹੀ ਜਿਹੜਾ ਉਹ ਗੜਬੜ ਹੋ ਜਾਏਗਾ। ਸੋ ਇਸ ਦਾ ਜੋ ਉੱਤਰ ਹੈ ਸਾਡੇ ਕੋਲ ਬੀ ਹੋ ਜਾਏਗਾ ਜੀ। ਸੋ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਕਿ ਕਿਸ ਕਾਰਨ ਭਾਰਤ ਨੂੰ ਏਕਾਤਮਕ ਅਤੇ ਸੰਘਾਤਮਕ ਰਾਜ ਕਿਹਾ ਜਾਂਦਾ ਹੈ? ਆਪਸ਼ਨ ਹੈ ਜੀ ਪ੍ਰਾਂਤਾਂ ਅਤੇ ਕੇਂਦਰ ਦੀ ਸਰਵਉੱਚਤਾ ਅਤੇ ਇੱਕ ਨਾਗਰਿਕਤਾ, ਲਿਖਿਤ ਸੰਵਿਧਾਨ ਅਤੇ ਆਤਮ ਨਿਰਭਰ ਸੁਪਰੀਮ ਕੋਰਟ ਦੀ ਸਥਾਪਨਾ, ਕੇਂਦਰ ਅਤੇ ਪ੍ਰਾਂਤਾਂ ਵਿੱਚ ਸ਼ਕਤੀਆਂ ਦੀ ਵੰਡ ਅਤੇ ਕੇਂਦਰ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ, ਅਤੇ ਚੌਥਾ ਆਪਸ਼ਨ ਹੈ ਕਿ ਕੇਂਦਰ ਦੀਆਂ ਸ਼ਕਤੀਆਂ ਅਤੇ ਲਿਖਿਆ ਹੋਇਆ ਸੰਵਿਧਾਨ। ਸੋ ਇਹਨਾਂ ਦੇ ਵਿੱਚੋਂ ਜੋ ਸਾਡਾ ਉੱਤਰ ਹੋਏਗਾ ਉਹ ਹੋਏਗਾ ਜੀ ਪ੍ਰਾਂਤਾਂ ਅਤੇ ਕੇਂਦਰ ਦੀ ਸਰਵਉੱਚਤਾ ਅਤੇ ਇੱਕ ਨਾਗਰਿਕਤਾ। ਕਿ ਪ੍ਰਾਂਤਾਂ ਅਤੇ ਕੇਂਦਰ ਮਤਲਬ ਸਟੇਟਸ ਅਤੇ ਸੈਂਟਰ ਦੀ ਸਰਵਉੱਚਤਾ ਅਤੇ ਇੱਕ ਨਾਗਰਿਕਤਾ ਹੋਣੀ ਚਾਹੀਦੀ ਹੈ, ਇਹ ਨਹੀਂ ਹੈ ਕਿ ਉਹ ਅਲੱਗ ਹੈ ਉਹਦੇ ਨਾਲ ਅਲੱਗ ਟ੍ਰੀਟ ਕੀਤਾ ਜਾਏ। ਸੋ ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਕਿ ਹੇਠ ਲਿਖੀਆਂ ਸ਼ਰਤਾਂ ਵਿੱਚੋਂ ਭਾਰਤ ਦਾ ਨਾਗਰਿਕ ਬਣਨ ਲਈ ਕਿਹੜੀ ਸ਼ਰਤ ਜ਼ਰੂਰੀ ਨਹੀਂ ਹੈ? ਜਨਮ ਦੁਆਰਾ ਨਾਗਰਿਕਤਾ, ਉੱਤਰਾਧਿਕਾਰ ਦੁਆਰਾ ਨਾਗਰਿਕਤਾ, ਜਾਇਦਾਦ ਪ੍ਰਾਪਤ ਕਰਕੇ ਨਾਗਰਿਕਤਾ ਜਾਂ ਕੁਦਰਤ ਦੁਆਰਾ ਨਾਗਰਿਕਤਾ। ਸੋ ਇਹਨਾਂ ਵਿੱਚ ਕਿਹੜੀ ਸ਼ਰਤ ਨਹੀਂ ਹੈ? ਤੁਸੀਂ ਵਰਡ ਨੂੰ ਜ਼ਰੂਰ ਕੌਨਸਨਟਰੇਟ ਕਰਿਆ ਕਰੋ, ਨਹੀਂ ਨੋਟ ਜਿੱਥੇ ਵੀ ਲਿਖਿਆ ਹੁੰਦਾ। ਸੋ ਇਸ ਦਾ ਜੋ ਉੱਤਰ ਹੈ ਜੀ ਉਹ ਹੈ ਸੀ, ਜਾਇਦਾਦ ਪ੍ਰਾਪਤ ਕਰਕੇ ਨਾਗਰਿਕਤਾ ਜਿਹੜੀ ਮਿਲਦੀ ਹੈ ਇਹ ਇੱਕ ਸ਼ਰਤ ਜਿਹੜੀ ਹੈ ਨਹੀਂ ਹੈਗੀ। ਬਾਕੀ ਸ਼ਰਤਾਂ ਹੈਗੀਆਂ ਨੇ ਕਿ ਜਨਮ ਦੁਆਰਾ ਨਾਗਰਿਕਤਾ, ਉੱਤਰਾਧਿਕਾਰੀ ਜਾਂ ਕੁਦਰਤ ਦੁਆਰਾ ਨਾਗਰਿਕਤਾ, ਮਤਲਬ ਤੁਹਾਡਾ ਜਨਮ ਜਿਹੜਾ ਬਾਏ ਕੁਦਰਤ ਦੇ ਤੌਰ 'ਤੇ ਜਿਹੜਾ ਹੋ ਗਿਆ ਇੱਥੇ। ਸੋ ਨਾਗਰਿਕਤਾ ਪ੍ਰਾਪਤੀ ਲਈ ਹਿਦਾਇਤਾਂ ਤੈਅ ਕਰਨ ਵਾਲਾ ਕਾਨੂੰਨੀ ਅਧਿਕਾਰੀ ਕੌਣ ਹੈ? ਨਾਗਰਿਕਤਾ ਪ੍ਰਾਪਤੀ ਲਈ ਹਿਦਾਇਤਾਂ ਤੈਅ ਕਰਨ ਵਾਲਾ ਅਧਿਕਾਰੀ ਕੌਣ ਹੈ? ਚੋਣ ਆਯੋਗ ਹੈ, ਸੰਸਦ ਹੈ, ਰਾਸ਼ਟਰਪਤੀ ਹੈ, ਸੰਸਦ ਅਤੇ ਰਾਜ ਵਿਧਾਨਪਾਲਿਕਾ ਇਕੱਠੇ। ਸੋ ਥਰਡ ਦਾ ਜਿਹੜਾ ਸਾਡੇ ਕੋਲ ਆਨਸਰ ਹੈ ਜੀ ਉਹ ਹੋ ਗਿਆ ਸੰਸਦ, ਕਿਉਂਕਿ ਰਾਜ ਵਿਧਾਨਪਾਲਿਕਾ ਮਤਲਬ ਪ੍ਰੋਪਰਲੀ ਇੱਕ ਜਿਹੜੀ ਕੰਟਰੀ, ਮੈਂ ਇੱਥੇ ਇੱਕ ਵਰਡ ਫਿਰ ਦੁਬਾਰਾ ਲਿਖ ਦੇਣਾ ਕਿ ਇੱਕ ਕੰਟਰੀ ਦੇ ਲਈ ਵੀ ਕੋਈ ਇੱਕ ਸਾਂਝੇ ਰੂਲ ਹੋਣੇ ਚਾਹੀਦੇ ਨੇ। ਸੋ ਉਹਦੇ 'ਚ ਵਿਧਾਨਪਾਲਿਕਾ ਦਾ ਕਈ ਵਾਰੀ ਰੋਲ ਜਿਹੜਾ ਹੈ ਉਹਨੂੰ ਖ਼ਤਮ ਕਰਨਾ ਚਾਹੀਦਾ ਹੈ, ਠੀਕ ਹੈ ਜੀ। ਸੋ ਇੱਥੇ ਇਹਦਾ ਰੋਲ ਜਿਹੜਾ ਉਹ ਖ਼ਤਮ ਕਰਨਾ ਜ਼ਰੂਰ ਚਾਹੀਦਾ ਹੁੰਦਾ ਹੈ, ਮਤਲਬ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਸਿਰਫ ਸੰਸਦ ਦਾ ਰੋਲ ਜਿਹੜਾ ਰੱਖਿਆ ਜਾਂਦਾ ਹੈ ਸਪੈਸੀਫਿਕ ਨਾਗਰਿਕਤਾ ਦੇ ਲਈ, ਠੀਕ ਹੈ ਜੀ। ਸੋ ਇਸ ਦਾ ਜੋ ਉੱਤਰ ਸੀ ਉਹ ਸੀਗਾ ਜੀ ਆਪਣੇ ਕੋਲ ਬੀ, ਸੰਸਦ। ਨੈਕਸਟ ਹੈ ਜੀ ਕਿ ਕਿਸੇ ਵਿਅਕਤੀ ਲਈ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਘੱਟੋ ਘੱਟ ਕਿੰਨੇ ਸਮੇਂ ਦਾ ਨਿਵਾਸ ਹੋਣਾ ਜ਼ਰੂਰੀ ਹੈ? 3 ਸਾਲ, 5 ਸਾਲ, 7 ਸਾਲ ਜਾਂ 10 ਸਾਲ। ਸੋ ਇਸ ਦਾ ਜੋ ਉੱਤਰ ਹੈ ਜੀ ਸਾਡੇ ਕੋਲ ਉਹ ਹੈ ਜੀ 5 ਸਾਲ। ਮਿਨੀਮਮ 5 ਸਾਲ ਦਾ ਜਿਹੜਾ ਸਟੇਜ ਜਿਹੜਾ ਤੁਹਾਡੇ ਕੋਲ ਜ਼ਰੂਰੀ ਹੈ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ, ਠੀਕ ਹੈ ਜੀ। ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਕਿਹੜੇ ਮੌਲਿਕ ਅਧਿਕਾਰ 'ਤੇ ਸਭ ਤੋਂ ਜ਼ਿਆਦਾ ਕਾਨੂੰਨਬਾਜ਼ੀ ਹੋਈ ਹੈ? ਭਾਸ਼ਣ ਦੇਣ ਦਾ ਅਧਿਕਾਰ, ਸੰਵਿਧਾਨਿਕ ਪ੍ਰਤੀਕਾਰਤਾ ਦਾ ਅਧਿਕਾਰ, ਜਾਇਦਾਦ ਦਾ ਅਧਿਕਾਰ ਜਾਂ ਲੁੱਟ ਖਸੁੱਟ ਵਿਰੋਧ ਅਧਿਕਾਰ। ਸੋ ਇਹਦਾ ਜੋ ਉੱਤਰ ਹੈ ਜੀ ਉਹ ਹੈ ਕਿ ਜਾਇਦਾਦ ਦਾ ਅਧਿਕਾਰ, ਠੀਕ ਹੈ ਜੀ। ਬਹੁਤ ਵਾਰੀਆਂ ਇਹਦੇ 'ਤੇ ਜਿਹੜੀ ਕਾਨੂੰਨਬਾਜ਼ੀ ਹੋਈ ਹੈ ਜਾਇਦਾਦ ਦੇ ਅਧਿਕਾਰ 'ਤੇ। ਜਾਇਦਾਦ ਦੇ ਅਧਿਕਾਰ ਨੂੰ ਕਿਹੜੀ ਸੋਧ ਦੁਆਰਾ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਸੀ? ਕਿਹੜੀ ਸੋਧ ਦੁਆਰਾ? ਸੋਧ ਮਾਨੇ ਕਿੰਨਵੀਂ ਸੋਧ ਹੋਈ ਸੀ ਉਦੋਂ? 42ਵੀਂ, 44ਵੀਂ, 52ਵੀਂ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਸੋ 6 ਦਾ ਜੋ ਆਨਸਰ ਹੈ ਜੀ ਉਹ ਸਾਡੇ ਕੋਲ ਹੈ ਜੀ ਬੀ, ਕਿ 44ਵੀਂ ਅਮੈਂਡਮੈਂਟ। ਇੰਗਲਿਸ਼ ਦੇ ਵਰਡ ਵਿੱਚ ਵਰਡ ਹੁੰਦਾ ਜੀ ਇਹਦੇ ਲਈ ਅਮੈਂਡਮੈਂਟ ਵਰਡ ਜਿਹੜਾ ਇਹਦੇ ਲਈ ਬਣਿਆ ਹੋਇਆ ਜੀ, ਠੀਕ ਹੈ ਜੀ।
ਸੋ ਸਹਿਮਤ ਕੁਐਸਚਨ ਆ ਗਿਆ ਜੀ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਮੌਲਿਕ ਅਧਿਕਾਰ ਨੂੰ ਡਾਕਟਰ BR ਅੰਬੇਦਕਰ ਨੇ ਸੰਵਿਧਾਨ ਦਾ ਦਿਲ ਅਤੇ ਆਤਮਾ ਦੱਸਿਆ। ਦਿਲ ਅਤੇ ਆਤਮਾ ਸਾਡੇ ਸੰਵਿਧਾਨ ਦੀ BR ਅੰਬੇਦਕਰ ਦੇ ਅਕੋਰਡਿੰਗ ਕੀ ਹੋ ਸਕਦੀ ਹੈ? ਸਮਾਨਤਾ ਦਾ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੰਵਿਧਾਨਿਕ ਪ੍ਰਤੀਕਾਰਤਾ ਦਾ ਅਧਿਕਾਰ ਜਾਂ ਉਪਰੋਕਤ ਸਾਰੇ। ਸੋ ਉਹ ਹੈ ਜੀ ਸੰਵਿਧਾਨਕ ਪ੍ਰਤੀਕਾਰਤਾ ਦਾ ਅਧਿਕਾਰ। ਇਸ ਨੂੰ ਇਸ ਦੀ ਦਿਲ ਅਤੇ ਆਤਮਾ ਮਤਲਬ ਕਿ ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ ਅਕੋਰਡਿੰਗ ਟੂ BR ਅੰਬੇਦਕਰ। ਸੋ ਇਹ ਇੰਪੋਰਟੈਂਟ ਕੁਐਸਚਨ ਹੈ ਜੀ ਸਾਡੇ ਲਈ। ਜਾਇਦਾਦ ਦਾ ਇਸ ਸਮੇਂ ਜੋ ਅਧਿਕਾਰ ਹੈ ਉਹ ਕੀ ਹੈ? ਇੱਕ ਕਾਨੂੰਨੀ ਅਧਿਕਾਰ ਹੈ, ਮਨੁੱਖੀ ਅਧਿਕਾਰ ਹੈ, ਮੌਲਿਕ ਅਧਿਕਾਰ ਹੈ ਜਾਂ ਇੱਕ ਕੁਦਰਤੀ ਅਧਿਕਾਰ ਹੈ? ਸੋ ਇਸਦਾ ਜੋ ਹੈ ਇੱਕ ਕਾਨੂੰਨੀ ਅਧਿਕਾਰ ਹੈ। ਠੀਕ ਹੈ ਜੀ। ਜਾਇਦਾਦ ਦਾ ਅਧਿਕਾਰ ਇਸ ਸਮੇਂ ਹੈ, ਇਹ ਕਾਨੂੰਨੀ ਅਧਿਕਾਰ। ਉਹ ਰਿਪੀਟ ਕੁਐਸਚਨ ਹੋ ਗਿਆ ਆਪਣਾ। ਸੋ ਨੈਕਸਟ ਹੈ ਜੀ ਕਿ ਇੱਕ ਵਿਅਕਤੀ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਕਿਸ ਧਾਰਾ ਅਧੀਨ ਸਿੱਧਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ? ਧਾਰਾ 19, ਧਾਰਾ 32, ਧਾਰਾ 34 ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸੋ ਇਸ ਦਾ ਜੋ ਸਾਡੇ ਕੋਲ ਉੱਤਰ ਹੈ ਜੀ ਉਹ ਹੈ ਧਾਰਾ 32 ਧਾਰਾ ਦੇ ਅਕੋਰਡਿੰਗ ਹੁੰਦਾ ਹੈ ਕਿ ਇੱਕ ਵਿਅਕਤੀ ਆਪਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਸਿੱਧਾ ਖੜਕਾ ਸਕਦਾ, ਮਤਲਬ ਡਾਇਰੈਕਟ ਉੱਥੇ ਜਾ ਸਕਦਾ। ਨਹੀਂ ਤਾਂ ਅਦਰਵਾਈਜ਼ ਹੁੰਦਾ ਪਹਿਲਾਂ ਸਾਡੇ ਸਿਟੀ ਦੀ ਕੋਰਟ, ਡਿਸਟ੍ਰਿਕਟ ਕੋਰਟ, ਹਾਈ ਕੋਰਟ, ਦੈਨ ਅਸੀਂ ਪ੍ਰੋਸੀਡ ਕਰਦੇ ਹਾਂ ਸੁਪਰੀਮ ਕੋਰਟ ਦੇ ਵੱਲ। ਸੋ ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰਾਂ 'ਤੇ ਰੋਕ ਲਗਾਈ ਜਾ ਸਕਦੀ ਹੈ ਸੰਸਦ ਦੁਆਰਾ 2/3 ਬਹੁਮਤ ਨਾਲ ਕਾਨੂੰਨ ਬਣਾ ਕੇ, ਰਾਸ਼ਟਰਪਤੀ ਦੁਆਰਾ ਰਾਸ਼ਟਰੀ ਸੰਕਟ ਕਾਲ ਦੇ ਦੌਰਾਨ, ਸਰਵਉੱਚ ਅਦਾਲਤ ਦੁਆਰਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ 10 ਦਾ ਜੋ ਆਨਸਰ ਹੈ ਜੀ ਉਹ ਸਾਡਾ ਆ ਹੈ ਜੀ ਕਿ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਸੰਕਟ ਕਾਲ ਦੇ ਦੌਰਾਨ ਕਿਸੇ ਵੀ ਨਾਗਰਿਕ ਦੇ ਮੌਲਿਕ ਅਧਿਕਾਰ 'ਤੇ ਰੋਕ ਲਗਾਈ ਜਾ ਸਕਦੀ ਹੈ। ਰਾਸ਼ਟਰੀ ਸੰਕਟ ਕਾਲ ਹੋਵੇ ਜਦੋਂ, ਜਿਵੇਂ ਹੁਣ ਲੋਕਡਾਊਨ ਦੇ ਨਾਲ ਹੀ ਚਾਈਨਾ ਦਾ ਜਿਹੜਾ ਲੱਗ ਗਿਆ, ਅਗਰ ਕੋਈ ਹਾਲਾਤ ਵੱਧ ਜਾਂਦੇ ਹੁੰਦੇ ਨੇ ਸੋ ਸੰਕਟ ਕਾਲ, ਰਾਸ਼ਟਰੀ ਸੰਕਟ ਕਾਲ ਉਸ ਨੂੰ ਮੰਨਿਆ ਜਾਂਦਾ। ਸੋ ਉਦੋਂ ਰਾਸ਼ਟਰਪਤੀ ਦੁਆਰਾ ਜੋ ਵੀ ਕਿਸੇ ਮੌਲਿਕ ਅਧਿਕਾਰ ਨੂੰ ਜੇਕਰ ਉਹਦੇ 'ਤੇ ਰੋਕ ਲਗਾਈ ਜਾਂਦੀ ਹੈ ਸੋ ਉਹ ਹੋ ਸਕਦੀ ਹੈ। ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਅਦਾਲਤਾਂ ਜਾਰੀ ਕਰ ਸਕਦੀਆਂ ਨੇ। ਕੀ ਜਾਰੀ ਕਰ ਸਕਦੀਆਂ ਨੇ? ਫਰਮਾਨ, ਅਧਿਆਦੇਸ਼, ਹੁਕਮਨਾਮਾ ਜਾਂ ਅਧਿਸੂਚਨਾ। ਸੋ 11 ਦਾ ਸਾਡੇ ਕੋਲ ਜੋ ਆਨਸਰ ਹੈ ਜੀ ਉਹ ਹੈ ਜੀ ਹੁਕਮਨਾਮਾ। ਠੀਕ ਹੈ ਜੀ। ਜਾਇਦਾਦ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕਿਸ ਦੇ ਕਾਰਜਕਾਲ ਦੌਰਾਨ ਕੱਢ ਦਿੱਤਾ ਗਿਆ ਸੀ? ਮਤਲਬ ਕੁਐਸਚਨ ਦੇਖੋ ਕਿੱਡਾ ਇੰਪੋਰਟੈਂਟ ਹੈ ਕਿ ਕੌਣ ਸੀ ਉਸ ਟਾਈਮ, ਮਤਲਬ ਸਾਡਾ ਜਿਹੜਾ ਰਾਜ ਜਿਹੜਾ ਕੌਣ ਕਰ ਰਿਹਾ ਸੀ, ਸਾਡੇ PM ਕੌਣ ਸੀ? ਠੀਕ ਹੈ ਜੀ। ਉਹ ਕੌਣ ਸੀਗੇ ਮਤਲਬ ਉਸ ਟਾਈਮ 'ਤੇ ਜਦੋਂ ਇਹ ਕੱਢੇ ਗਏ ਸੀ? ਸੋ ਇੰਦਰਾ ਗਾਂਧੀ, ਚਰਨ ਸਿੰਘ, ਰਾਜੀਵ ਗਾਂਧੀ ਜਾਂ ਮੋਰਾਰਜੀ ਦੇਸਾਈ। ਸੋ ਇਸ ਦਾ ਜੋ ਉੱਤਰ ਹੈ ਜੀ ਉਹ ਹੈ ਜੀ ਮੋਰਾਰਜੀ ਦੇਸਾਈ ਜੀ ਦੇ ਟਾਈਮ ਦੇ ਉੱਤੇ ਜਾਇਦਾਦ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਦੀ ਸੂਚੀ 'ਚੋਂ ਕੱਢ ਦਿੱਤਾ ਗਿਆ ਸੀ। ਵਿਅਕਤੀਗਤ ਸੁਤੰਤਰਤਾ ਦੇ ਅਧਿਕਾਰ ਦੀ ਪ੍ਰਾਪਤੀ ਲਈ ਇੱਕ ਨਾਗਰਿਕ ਕਿੱਥੇ ਸਿਫਾਰਿਸ਼ ਕਰ ਸਕਦਾ ਹੈ? ਵਿਅਕਤੀਗਤ ਸੁਤੰਤਰਤਾ ਵਰਡਸ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖੋ ਜੀ ਕਿ ਵਿਅਕਤੀਗਤ ਸੁਤੰਤਰਤਾ ਦੇ ਅਧਿਕਾਰ ਦੀ ਪ੍ਰਾਪਤੀ ਲਈ ਇੱਕ ਨਾਗਰਿਕ ਕਿੱਥੇ ਸਿਫਾਰਿਸ਼ ਕਰ ਸਕਦਾ ਹੈ? ਸੰਸਦ 'ਚ, ਰਾਸ਼ਟਰਪਤੀ ਕੋਲ, ਸਿਰਫ ਸੁਪਰੀਮ ਕੋਰਟ 'ਚ ਜਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੋਨਾਂ ਦੇ ਵਿੱਚ। ਸੋ 13ਵੇਂ ਦਾ ਜੋ ਆਨਸਰ ਹੈ ਜੀ ਉਹ ਹੈ ਜੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੋਵਾਂ ਦੇ ਵਿੱਚ ਜਾ ਕੇ ਜਿਹੜਾ ਉਹ ਆਪਦਾ ਇਸ ਅਧਿਕਾਰ ਦੀ ਸਿਫਾਰਿਸ਼ ਕਰ ਸਕਦਾ ਹੈ। 14th ਕੁਐਸਚਨ ਹੈ ਜੀ ਸਾਡਾ ਕਿ ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ। ਸੰਸਦ ਦੁਆਰਾ, ਰਾਸ਼ਟਰਪਤੀ ਦੁਆਰਾ, ਸੁਪਰੀਮ ਕੋਰਟ ਦੁਆਰਾ ਜਾਂ ਉਪਰੋਕਤ ਸਾਰਿਆਂ ਦੇ ਦੁਆਰਾ। ਸੋ 14 ਦਾ ਜੋ ਆਨਸਰ ਹੈ ਜੀ ਉਹ ਸਾਡੇ ਕੋਲ ਹੈ ਸੁਪਰੀਮ ਕੋਰਟ ਦੁਆਰਾ, ਕਿ ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਹੁਕਮਨਾਮੇ ਜਿਹੜੇ ਆ ਉਹ ਸੁਪਰੀਮ ਕੋਰਟ ਦੁਆਰਾ ਜਾਰੀ ਕੀਤੇ ਜਾਂਦੇ। ਕੁਐਸਚਨ ਸਾਡੇ ਫਿਰ ਸੇਮ ਨੇ। ਮੌਲਿਕ ਅਧਿਕਾਰ ਦੀ ਪਾਲਣਾ ਲਈ ਅਦਾਲਤਾਂ ਕੀ ਜਾਰੀ ਕਰ ਸਕਦੀਆਂ ਨੇ? ਹੁਕਮਨਾਮਾ। ਸੋ ਹੁਕਮਨਾਮੇ ਕਿਹਦੇ ਦੁਆਰਾ ਜਾਰੀ ਕੀਤੇ ਜਾਂਦੇ ਨੇ? ਸੁਪਰੀਮ ਕੋਰਟ ਦੁਆਰਾ। ਠੀਕ ਹੈ ਜੀ। ਸੋ ਕੁਐਸਚਨਸ ਉਸ ਤਰੀਕੇ ਨਾਲ ਰਿਲੇਟਡ ਹੋ ਜਾਂਦੇ ਨੇ। ਹੇਠ ਲਿਖਿਆਂ ਵਿੱਚੋਂ ਕੌਣ ਸੰਵਿਧਾਨ ਦੁਆਰਾ ਦਿੱਤੇ ਮੌਲਿਕ ਅਧਿਕਾਰਾਂ ਨੂੰ ਤਬਦੀਲ ਕਰ ਸਕਦਾ ਹੈ? ਰਾਸ਼ਟਰਪਤੀ, ਸੁਪਰੀਮ ਕੋਰਟ, ਸੰਸਦ ਜਾਂ ਕੋਈ ਵੀ ਨਹੀਂ। ਸੋ 15 ਦਾ ਜੋ ਸਾਡਾ ਸਪੈਸੀਫਿਕ ਆਨਸਰ ਹੈ ਉਹ ਜੀ ਸੰਸਦ ਚੇਂਜ ਕਰ ਸਕਦੀ ਹੈ ਸਾਡੇ ਮੌਲਿਕ ਅਧਿਕਾਰਾਂ ਨੂੰ। ਤਬਦੀਲ ਮਾਨੇ ਚੇਂਜ ਕਹਿ ਲਓ ਜਾਂ ਸੋਧ ਕਹਿ ਲਓ। ਠੀਕ ਹੈ ਜੀ, ਇਹ ਵੀ ਵਰਡ ਹੋ ਸਕਦਾ। ਮੌਲਿਕ ਅਧਿਕਾਰਾਂ ਦਾ ਮੁੱਖ ਮੰਤਵ ਕੀ ਹੈ? ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਨਿਸ਼ਚਿਤ ਕਰਨਾ, ਸਮਾਜ ਵਿੱਚ ਸਮਾਜਿਕ ਤਾਣੇ ਬਾਣੇ ਨੂੰ ਵਾਧਾ ਦੇਣਾ, ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਉਣਾ ਜਾਂ ਉਪਰੋਕਤ ਸਾਰਿਆਂ ਨੂੰ ਹੀ ਯਕੀਨੀ ਬਣਾਉਣਾ। ਸੋ 16 ਦਾ ਜੋ ਆਨਸਰ ਹੈ ਸਾਡੇ ਕੋਲ ਜੀ ਉਹ ਹੈ ਜੀ C, ਕਿ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਉਣਾ। ਇਹੀ ਮੌਲਿਕ ਅਧਿਕਾਰਾਂ ਦਾ ਮੁੱਖ ਮੰਤਵ ਹੁੰਦਾ ਹੈ ਜੀ। ਸੋ ਨੈਕਸਟ ਹੈ ਜੀ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਅਦਾਲਤੀ ਹੁਕਮਨਾਮੇ ਦਾ ਸਾਹਿਤਕ ਅਰਥ ਯੂ ਮੇ ਹੈਵ ਦਾ ਬੋਡੀ? ਕਿਹੜੇ ਅਦਾਲਤੀ ਹੁਕਮਨਾਮੇ ਦਾ ਸਾਹਿਤਕ ਜੋ ਅਰਥ ਨਿਕਲਦਾ ਉਹ ਹੈ ਜੀ ਯੂ ਮੇ ਹੈਵ ਦਾ ਬੋਡੀ ਹੈ। ਸੋ ਹੋਬੀਅਸ ਕਾਰਪਸ, ਮੰਡਾਮਸ, ਕੋ ਵਰੰਟੋ ਜਾਂ ਸਰਟੀਓਰੇਰੀ। ਸੋ ਇਹਦਾ ਜੋ ਉੱਤਰ ਸਾਡੇ ਕੋਲ ਬਣਦਾ ਜੀ ਉਹ ਹੈ ਹੈਬੀਅਸ ਕਾਰਪਸ,
ਮਤਲਬ ਕਿ ਅਦਾਲਤੀ ਹੁਕਮਨਾਮਾ ਸੀਗਾ ਹੋਬੀਅਸ ਕਾਰਪਸ, ਜਿਹਦਾ ਅਰਥ ਜੋ ਨਿਕਲਦਾ ਸੀ ਉਹ ਹੈ ਯੂ ਮੇ ਹੈਵ ਦਾ ਬੋਡੀ। ਸੋ ਇਹ ਚੀਜ਼ ਜਿਹੜੀ ਹੈ ਇੰਪੋਰਟੈਂਟ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਸੋ ਨੈਕਸਟ ਹੈ ਜੀ, ਵਟ ਹੇਠ ਲਿਖਿਆ ਵਿੱਚੋਂ ਕਿਹੜੇ ਅਦਾਲਤੀ ਹੁਕਮਨਾਮੇ ਦਾ ਸਾਰਥਿਕ ਅਰਥ ਨਿਕਲਦਾ ਵਟ ਇਜ਼ ਯੂਰ ਅਥਾਰਟੀ? ਹੋਬੀਅਸ ਕਾਰਪਸ, ਸਰਟਿਓਰਰੀ, ਕੋ ਵਾਰੰਟੋ ਜਾਂ ਮਨਾਹੀ। ਸੋ ਇਹਦਾ ਜੋ ਸਾਡੇ ਕੋਲ ਉੱਤਰ ਆਉਂਦਾ ਜੀ ਉਹ ਕੋ ਵਾਰੰਟੋ, ਵਟ ਇਜ਼ ਯੂਰ ਅਥਾਰਟੀ। ਠੀਕ ਹੈ ਜੀ, ਇਹ ਹੁਕਮਨਾਮਾ ਸੀ। ਸੋ ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵ ਸਨ ਡੈਸ਼ ਵਿੱਚ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ। ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵ ਕਦੋਂ ਸੰਵਿਧਾਨ 'ਚ ਸ਼ਾਮਿਲ ਕੀਤੇ ਗਏ, ਉਹਦਾ ਸੰਨ ਅਸੀਂ ਦੱਸਣਾ ਹੈ 52 'ਚ, 76 'ਚ, 81 'ਚ ਜਾਂ 79 ਦੇ ਵਿੱਚ। ਸੋ ਇਸ ਦਾ ਜੋ ਉੱਤਰ ਹੈ ਜੀ ਉਹ ਹੈ ਜੀ 1976। 1976 ਕਲੀਅਰ ਹੈ ਜੀ। ਸੋ ਨੈਕਸਟ ਹੈ ਜੀ, ਮੌਲਿਕ ਕਰਤੱਵਾਂ ਦੇ ਪਿੱਛੇ ਮੁੱਖ ਸਵੀਕ੍ਰਿਤੀ ਕਿਹੜੀ ਹੈ? ਮੌਲਿਕ ਕਰਤੱਵਾਂ ਦੇ ਪਿੱਛੇ ਮੁੱਖ ਸਵੀਕ੍ਰਿਤੀ ਕਿਹੜੀ ਹੈ? ਕਾਨੂੰਨੀ, ਸਮਾਜਿਕ, ਨੈਤਿਕ ਜਾਂ ਉਪਰੋਕਤ ਸਾਰੇ। ਸੋ ਇਸ ਦਾ ਹੈ ਜੀ ਕਾਨੂੰਨੀ ਜਿਹੜੀ ਸਵੀਕ੍ਰਿਤੀ ਮਿਲੀ ਹੋਈ ਹੈ। ਸੋ ਨੈਕਸਟ ਕੁਐਸਚਨ ਹੈ ਜੀ ਕਿ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਖੁੱਲ੍ਹ ਕੇ ਦਰਸਾਇਆ ਗਿਆ ਹੈ? ਭਾਗ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਖੁੱਲ੍ਹ ਕੇ ਦਰਸਾਇਆ ਗਿਆ ਹੈ। ਪ੍ਰਸਤਾਵਨਾ 'ਚ, ਮੌਲਿਕ ਅਧਿਕਾਰਾਂ 'ਚ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ 'ਚ, ਉਪਰੋਕਤ ਸਾਰਿਆਂ ਦੇ ਵਿੱਚ। ਸੋ ਇੱਥੇ ਜੋ ਉੱਤਰ ਹੈ ਜੀ ਸਾਡਾ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਖੁੱਲ੍ਹ ਕੇ ਦਰਸਾਇਆ ਗਿਆ ਹੈ। ਉਸ ਤੋਂ ਬਾਅਦ ਜੀ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅਧੀਨ ਰਾਜ ਤੋਂ ਕਿੰਨੀ ਉਮਰ ਤੱਕ ਦੇ ਬੱਚਿਆਂ ਲਈ ਮੁਫਤ ਤੇ ਜ਼ਰੂਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਆਸ ਕੀਤੀ ਜਾਂਦੀ ਹੈ? 14 ਸਾਲਾਂ ਦੇ, 18 ਸਾਲਾਂ ਦੇ, 15 ਸਾਲਾਂ ਦੇ, 16 ਸਾਲਾਂ ਦੇ। ਸੋ 22 ਦਾ ਆਨਸਰ 14 ਸਾਲਾਂ ਦੇ, ਮਤਲਬ 6 ਤੋਂ 14 ਜੋ ਏਜ ਸੀਗੀ। ਨੈਕਸਟ ਹੈ ਜੀ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕੋਸ਼ਿਸ਼ ਕਰਦੇ ਹਨ ਸੰਵਿਧਾਨ ਦੀ ਸਰਵਉੱਚਤਾ ਨੂੰ ਸਥਾਪਿਤ ਕਰਨ ਦੀ, ਨੌਕਰਸ਼ਾਹੀ ਸ਼ਾਸਨ ਨੂੰ ਖਤਮ ਕਰਨ ਦੀ, ਨਿਆਂਪਾਲਿਕਾ ਨੂੰ ਮਜ਼ਬੂਤ ਕਰਨ ਦੀ, ਸੰਵਿਧਾਨ ਨੂੰ ਸਮਾਜਿਕ ਪਰਿਵਰਤਨ ਦਾ ਇੱਕ ਸਾਧਨ ਬਣਾਉਣ ਦੀ। ਸੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕੀ ਕੋਸ਼ਿਸ਼ ਕਰਦੇ ਨੇ? ਬੇਸਿਕ ਜੋ ਉਹਦਾ ਹੁੰਦਾ ਉਹ ਹੁੰਦਾ ਜੀ ਸੰਵਿਧਾਨ ਨੂੰ ਸਮਾਜਿਕ ਪਰਿਵਰਤਨ ਦਾ ਇੱਕ ਸਾਧਨ ਬਣਾਉਣ ਦੀ। ਸੋ ਰਾਜਨੀਤੀ ਦੇ ਕੋਈ ਨਿਰਦੇਸ਼ਕ ਸਿਧਾਂਤ ਕੀ ਕੋਸ਼ਿਸ਼ ਕਰਦੇ ਨੇ? ਇਹ ਜ਼ਰੂਰੀ ਨਹੀਂ ਨੌਕਰਸ਼ਾਹੀ ਸ਼ਾਸਨ ਨੂੰ ਖਤਮ ਕਰਨਾ ਹੈ, ਸੰਵਿਧਾਨ ਦੀ ਹੀ ਸਰਵਉੱਚਤਾ ਹਮੇਸ਼ਾ ਹੋਣੀ ਚਾਹੀਦੀ ਹੈ, ਨਿਆਂਪਾਲਿਕਾ ਮਜ਼ਬੂਤ ਹੋਣੀ ਚਾਹੀਦੀ, ਇਹ ਨਹੀਂ ਹੁੰਦਾ। ਇਹ ਹੁੰਦਾ ਕਿ ਸੰਵਿਧਾਨ ਦੁਆਰਾ ਸਮਾਜਿਕ ਪਰਿਵਰਤਨ ਜਿਹੜਾ ਆ ਸਕੇ। ਸਮਾਜਿਕ ਪਰਿਵਰਤਨ ਮਾਨੇ ਹਰ ਚੀਜ਼ ਬਦਲ ਸਕੇ ਲੋਕਾਂ ਦੀ, ਇਸ ਲਈ ਹੁੰਦਾ। ਸਮਾਜਿਕ ਅਤੇ ਰਾਜਨੀਤਿਕ ਜੀਵਨ 2 ਜੀਵਨ ਦੀ ਕਿਤਾਬ ਕਿਸ ਮੁਲਾਂਕਣ ਨਾਲ ਸੰਬੰਧਿਤ ਹੈ? ਪ੍ਰੀਖਿਆਵਾਂ ਦੀ ਲਿਖਤੀ ਹੋਣ ਨਾਲ, ਖੁਦ ਦੀ ਕਿਤਾਬ ਅਭਿਆਸ, ਵਿਅਕਤੀਗਤ ਇੰਟਰਵਿਊ ਜਾਂ IT ਆਧਾਰਿਤ ਮੁਲਾਂਕਣ। ਠੀਕ ਹੈ ਜੀ। ਸੋ ਇਸ ਦਾ ਜੋ ਉੱਤਰ ਹੈ ਜੀ ਸਾਡੇ ਕੋਲ ਹੈ ਜੀ ਖੁਦ ਦੀ ਕਿਤਾਬ ਅਭਿਆਸ। ਇਹ ਬੁੱਕ ਉਸ ਦੇ ਨਾਲ ਰਿਲੇਟਡ ਹੈ ਜੀ। ਉਸ ਤੋਂ ਬਾਅਦ ਜੀ ਕਿ ਪ੍ਰਤੀਨਿਧ ਲੋਕਤੰਤਰ ਦਾ ਮੁੱਢਲਾ ਵਿਚਾਰ ਕੀ ਹੈ? ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਨੇ ਜਿਸ ਨਾਲ ਲੋਕ ਆਪਣੇ ਪ੍ਰਤੀਨਿਧੀ ਚੁਣਦੇ ਹਨ। ਲੋਕਾਂ ਨੂੰ ਆਪਣੇ ਆਪ ਇਹ ਫੈਸਲਾ ਲੈਣਾ ਚਾਹੀਦਾ ਕਿ ਸੁਤੰਤਰ ਅਤੇ ਸਹੀ ਚੋਣਾਂ ਵਿੱਚ ਉਹ ਉਹਨਾਂ ਦਾ ਪ੍ਰਤੀਨਿਧ ਹੋਵੇਗਾ। ਪ੍ਰਤੀਨਿਧੀਆਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿਹੜੀ ਸਰਕਾਰ ਹੋਵੇਗੀ। ਸਰਕਾਰ ਪ੍ਰਤੀਨਿਧੀਆਂ ਦੇ ਵਿਚਾਰ ਪ੍ਰਾਪਤ ਕਰਦੀ ਹੈ ਤਾਂ ਜੋ ਪ੍ਰਾਂਤ ਯੋਜਨਾਵਾਂ ਬਣਾਈਆਂ ਜਾਣ। ਠੀਕ ਹੈ ਜੀ। ਸੋ ਇਹਦਾ ਜੋ ਉੱਤਰ ਹੈ ਜੀ ਸਾਡੇ ਕੋਲ ਉਹ ਹੈ ਜੀ B, ਕਿ ਲੋਕਾਂ ਨੂੰ ਆਪਣੇ ਆਪ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਸੁਤੰਤਰ ਅਤੇ ਸਹੀ ਚੋਣਾਂ ਵਿੱਚ ਉਹਨਾਂ ਦਾ ਪ੍ਰਤੀਨਿਧ ਹੋਵੇਗਾ। ਸੋ ਪ੍ਰਤੀਨਿਧ ਲੋਕਤੰਤਰ ਦਾ ਮੁੱਢਲਾ ਵਿਚਾਰ ਕੀ ਹੈ? ਪ੍ਰਤੀਨਿਧ ਲੋਕਤੰਤਰ, ਵਰਡ ਯਾਦ ਕਰ ਲਓ ਜੀ। ਪ੍ਰਤੀਨਿਧ ਲੋਕਤੰਤਰ ਦਾ ਮੁੱਢਲਾ ਵਿਚਾਰ ਮਾਨੇ ਪ੍ਰਿੰਸੀਪਲ ਥੋਟ ਕਹਿ ਸਕਦੇ ਹਾਂ ਅਸੀਂ। ਪ੍ਰਿੰਸੀਪਲ ਥੋਟ ਮਤਲਬ ਉਹ ਕਿਸ ਵਿਚਾਰਧਾਰਾ 'ਤੇ ਆਧਾਰਿਤ ਹੈ? ਪ੍ਰਤੀਨਿਧ ਲੋਕਤੰਤਰ ਇਸ 'ਤੇ ਆਧਾਰਿਤ ਹੈ ਜੀ। ਕਲੀਅਰ ਹੈ ਜੀ। ਪਬਲਿਕ ਇੰਟਰਸਟ ਲਿਟੀਗੇਸ਼ਨ ਪਿਲ ਕੀ ਹੈ? ਰੁਕੇ ਹੋਏ ਸਰਕਾਰੀ ਕੰਮ, ਨਿਆਂ ਦੀ ਵੱਧਦੀ ਪਹੁੰਚ, ਰੁਕਿਆ ਹੋਇਆ ਨਿਆਂ ਜਾਂ ਜੁਡੀਸ਼ੀਅਲ ਕਿਰਿਆਵਾਂ ਵਿੱਚ ਘਾਟਾ। ਸੋ ਪਿਲ ਕੀ ਹੈ? ਇਟਸ ਨਿਆਂ ਦੀ ਵੱਧਦੀ ਪਹੁੰਚ, ਪਿਲ। ਠੀਕ ਹੈ ਜੀ। ਲੋਕਤੰਤਰੀ ਸਰਕਾਰ ਕਹੀ ਜਾਂਦੀ ਹੈ ਲੋਕਾਂ ਦਾ ਲੋਕਤੰਤਰ, ਭਾਗੀਦਾਰ ਲੋਕਤੰਤਰ, ਪ੍ਰਤੀਨਿਧੀ ਲੋਕਤੰਤਰ ਜਾਂ ਸੰਸਦੀ ਲੋਕਤੰਤਰ। ਸੋ ਇਸ ਦਾ ਜੋ ਉੱਤਰ ਹੈ ਜੀ ਪ੍ਰਤੀਨਿਧੀ ਲੋਕਤੰਤਰ, ਲੋਕਤੰਤਰੀ ਸਰਕਾਰ ਕਹੀ ਜਾਂਦੀ ਹੈ। ਠੀਕ ਹੈ ਜੀ। ਰਾਜ ਸਭਾ ਦਾ ਸਭਾਪਤੀ ਕੌਣ ਹੈ? ਰਾਜ ਸਭਾ ਦਾ ਸਭਾਪਤੀ ਕੌਣ ਹੈ? ਉਪ ਰਾਸ਼ਟਰਪਤੀ, ਵਿਰੋਧੀ ਨੇਤਾ, ਘਰੇਲੂ ਮੰਤਰੀ ਜਾਂ ਰਾਜ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਗਿਆ ਵਿਅਕਤੀ। ਸੋ ਇੱਥੇ ਜੋ ਸਾਡਾ ਆਨਸਰ ਹੈ ਜੀ ਉਹ ਹੈ ਜੀ ਉਪ ਰਾਸ਼ਟਰਪਤੀ। ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ? ਉਪ ਰਾਸ਼ਟਰਪਤੀ ਹੁੰਦਾ ਹੈ ਜੀ। ਭਾਰਤ ਵਿੱਚ ਸੰਘ ਫੋਰਸ ਦਾ ਸੁਪਰੀਮ ਕਮਾਂਡਰ ਕੀ ਹੁੰਦਾ ਹੈ? ਭਾਰਤ ਵਿੱਚ ਸੰਘ ਫੋਰਸ ਦਾ ਸੁਪਰੀਮ ਕਮਾਂਡਰ ਕੌਣ ਹੁੰਦਾ ਹੈ? ਮੁੱਖ ਜੱਜ, ਸੈਨਾ ਦਾ ਮੁਖੀ, ਭਾਰਤ ਦਾ ਰਾਸ਼ਟਰਪਤੀ ਜਾਂ ਭਾਰਤ ਦਾ ਪ੍ਰਧਾਨ ਮੰਤਰੀ। ਸੋ ਇੱਥੇ ਜੋ ਆਨਸਰ ਹੈ ਜੀ ਉਹ ਜੀ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਸੰਘ ਫੋਰਸ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਫਿਰ ਆਪਾਂ ਰਿਪੀਟ ਕਰ ਦਈਏ ਕਿ ਸੰਘ ਫੋਰਸ ਦਾ ਸੁਪਰੀਮ ਕਮਾਂਡਰ ਭਾਰਤ ਦਾ ਰਾਸ਼ਟਰਪਤੀ ਹੁੰਦਾ ਹੈ। ਠੀਕ ਹੈ ਜੀ। ਰਾਜ ਸਭਾ ਦੇ ਕਿੰਨੇ ਮੈਂਬਰਾਂ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ? ਰਾਜ ਸਭਾ ਦੇ ਕਿੰਨੇ ਮੈਂਬਰਾਂ ਨੂੰ ਜਿਹੜਾ ਰਾਸ਼ਟਰਪਤੀ ਆਪ ਨਿਯੁਕਤ ਕਰਦਾ ਹੈ? ਸੋ ਇਸ ਦਾ ਜੋ ਉੱਤਰ ਹੈ ਜੀ 12, 18, 20 ਜਾਂ 20।
ਸੋ ਉੱਤਰ ਹੈ ਜੀ ਇਸਦਾ 12। ਠੀਕ ਹੈ ਜੀ, ਮਤਲਬ ਆਪਸ਼ਨ ਏ। 44ਵੇਂ ਸੋਧਣ ਤੋਂ ਬਾਅਦ ਮੁੱਢਲੇ ਅਧਿਕਾਰਾਂ ਦੀ ਸੰਖਿਆ ਹੈ। 44ਵੀਂ ਸੋਧਣ ਮਾਨੇ 44th ਅਮੈਂਡਮੈਂਟ। 44th ਅਮੈਂਡਮੈਂਟ ਜਿਹੜੀ ਹੈ ਉਹਦੇ ਵਿੱਚ ਉਹਦੇ ਤੋਂ ਬਾਅਦ ਮੁੱਢਲੇ ਅਧਿਕਾਰਾਂ ਦੀ ਸੰਖਿਆ ਕਿੰਨੀ ਹੋਊਗੀ? 6, 7, 8 ਜਾਂ 5। ਸੋ ਇਹਦਾ ਜੋ ਉੱਤਰ ਹੈ ਜੀ ਸਾਡਾ ਉਹ ਹੈ ਜੀ 6 ਹੋ ਗਈ ਸੀ। ਭਾਰਤੀ ਸੰਵਿਧਾਨ ਰੈਸੀਡਿਊਰੀ ਪਾਵਰਸ ਦਿੰਦਾ ਹੈ। ਰੈਸੀਡਿਊਰੀ ਪਾਵਰਸ ਦਿੰਦਾ ਹੈ ਕੇਂਦਰੀ ਸਰਕਾਰ ਨੂੰ, ਰਾਜ ਸਰਕਾਰ ਨੂੰ, ਕੇਂਦਰੀ ਤੇ ਰਾਜ ਸਰਕਾਰਾਂ ਨੂੰ ਇਕੱਠੇ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸੋ ਇਸਦਾ ਜੋ ਉੱਤਰ ਹੈ ਜੀ ਕੇਂਦਰੀ ਸਰਕਾਰ ਨੂੰ। ਭਾਰਤੀ ਸੰਵਿਧਾਨ ਰੈਸੀਡਿਊਰੀ ਪਾਵਰਸ ਦਿੰਦਾ ਹੈ ਕੇਂਦਰੀ ਸਰਕਾਰ ਨੂੰ। ਇਸਦਾ ਆਨਸਰ ਜੋ ਹੈ ਜੀ ਉਹ ਇਹ ਹੋ ਗਿਆ। ਸੰਘੀ ਸੂਚੀ ਵਿੱਚ ਡੈਸ਼ ਵਿਸ਼ੇ ਹਨ। ਸੰਘੀ ਸੂਚੀ 'ਚ ਕਿੰਨੇ ਵਿਸ਼ੇ ਨੇ? 66, 97, 47 ਜਾਂ 99। ਸੋ ਇਸਦਾ ਜੋ ਸਾਡੇ ਕੋਲ ਉੱਤਰ ਹੈ ਜੀ ਉਹ ਹੈ ਜੀ 99। ਠੀਕ ਹੈ ਜੀ। ਰਾਜ ਸੂਚੀ ਵਿੱਚ ਡੈਸ਼ ਵਿਸ਼ੇ ਹਨ। ਰਾਜ ਦੀ ਸੂਚੀ ਵਿੱਚ ਕਿੰਨੇ ਵਿਸ਼ੇ ਨੇ? 61, 66, 47 ਜਾਂ 99। ਸੋ ਇਹਦਾ ਜੋ ਉੱਤਰ ਹੈ ਜੀ ਉਹ ਹੈ ਜੀ 66। ਇਹਦਾ ਆਨਸਰ ਹੋ ਗਿਆ ਜੀ ਬੀ। ਇਹਦਾ ਆਨਸਰ ਸੀਗਾ ਜੀ ਡੀ। ਠੀਕ ਹੈ ਜੀ। ਸੰਘੀ ਸੂਚੀ 'ਚ ਤਾਂ 99 ਵਿਸ਼ੇ ਨੇ, ਰਾਜ ਸੂਚੀ 'ਚ 66 ਵਿਸ਼ੇ ਨੇ, ਅਤੇ ਇੱਕ ਆ ਗਈ ਸਮਵਰਤੀ ਸੂਚੀ, ਇਹਦੇ 'ਚ ਕਿੰਨੇ ਵਿਸ਼ੇ ਨੇ? ਸੋ ਕੁੱਲ ਮਿਲਾ ਕੇ 66 ਵਾਲਾ ਤਾਂ ਇੱਥੋਂ ਦੀ ਚਲਾ ਗਿਆ ਕੰਮ ਸਾਡਾ। ਸੋ ਬਚਿਆ ਕੀ? 52। ਇਹਦਾ ਜੋ ਉੱਤਰ ਹੈ ਜੀ ਉਹ ਸਾਡੇ ਕੋਲ ਹੋ ਗਿਆ ਜੀ 52। ਸਮਵਰਤੀ ਸੂਚੀ 'ਚ 52 ਨੇ, ਰਾਜ ਸੂਚੀ 66 ਨੇ, ਅਤੇ ਸੰਘੀ ਸੂਚੀ ਵਿੱਚ 99 ਨੇ। ਕਲੀਅਰ ਹੈ ਜੀ। ਸੰਘੀ ਸੂਚੀ ਦੇ ਵਿੱਚ 99 ਨੇ, ਇੱਥੇ ਸਾਡੇ ਕੋਲ 66 ਨੇ ਜੀ, ਅਤੇ ਇੱਥੇ ਸਾਡੇ ਕੋਲ 52 ਨੇ। ਸੋ ਇਹ ਸਾਡਾ ਡੇਟਾ ਹੈ। ਸੋ ਅਗਰ ਤੁਹਾਨੂੰ ਅੱਜ ਦੀ ਇਹ ਵੀਡੀਓਜ਼ ਦੇ ਵਿੱਚ ਸਾਡੇ 50 ਕੁਐਸਚਨਸ ਹੋ ਚੁੱਕੇ ਨੇ, 35 ਇਹ 15 ਪਹਿਲਾਂ। ਸੋ ਟੋਟਲ 50 ਕੁਐਸਚਨਸ ਹੋ ਚੁੱਕੇ ਨੇ, ਅਤੇ ਜੇਕਰ ਤੁਹਾਨੂੰ ਇਹ ਸਭ ਪੜ੍ਹ ਕੇ ਵਧੀਆ ਲੱਗਿਆ ਹੈ, ਮਟੀਰੀਅਲ ਅੱਛਾ ਲੱਗਿਆ ਹੈ, ਸੋ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਜ਼ਰੂਰ ਤੁਸੀਂ ਲਾਈਕ ਜਿਹੜਾ ਉਹ ਕਰੋ ਇਸ ਨੂੰ। ਠੀਕ ਹੈ ਜੀ। ਸੋ ਵੱਧ ਤੋਂ ਵੱਧ ਸ਼ੇਅਰ, ਸਬਸਕ੍ਰਾਈਬ, ਲਾਈਕ ਤੁਸੀਂ ਜ਼ਰੂਰ ਕਰੋ ਇਸ ਚੀਜ਼ ਨੂੰ। ਬਹੁਤ ਮਿਹਨਤ ਨਾਲ ਕੁਐਸਚਨ ਲੱਭੇ ਜਾਂਦੇ ਨੇ, ਬਹੁਤ ਮਿਹਨਤ ਨਾਲ ਕੁਐਸਚਨ ਹੱਲ ਕੀਤੇ ਜਾਂਦੇ ਨੇ, ਬਹੁਤ ਮਿਹਨਤ ਨਾਲ ਵੀਡੀਓਜ਼ ਨੂੰ ਬਣਾਇਆ ਜਾਂਦਾ। ਸੋ ਜ਼ਰੂਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਖੁਦ ਹੀ ਨਾ ਕਰੋ, ਹੋਰ ਵੀ ਲੋਕਾਂ ਤੋਂ ਜ਼ਰੂਰ ਤੁਸੀਂ ਸਬਸਕ੍ਰਾਈਬ ਕਰਵਾਓ। ਧੰਨਵਾਦ, ਥੈਂਕ ਯੂ ਵੈਰੀ ਮੱਚ ਚੈਨਲ ਨਾਲ ਜੁੜੇ ਰਹਿਣ ਲਈ, ਅਤੇ ਜ਼ਰੂਰ ਹੋਰ ਵੀ ਲੋਕਾਂ ਨੂੰ ਚੈਨਲ ਨਾਲ ਜੋੜੋ। ਧੰਨਵਾਦ, ਥੈਂਕ ਯੂ ਵੈਰੀ ਮੱਚ।